ਗੁਰਮੁਖੋ, ਬਹੁਤ ਸਾਰੇ ਇਹੋ ਜਿਹੇ ਲੋਕ ਆ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਸੁਣਿਆ ਹੀ ਹੋਵੇਗਾ ਕਿ ਮੈਂ ਤਾਂ ਥੱਕਿਆ ਥੱਕਿਆ ਰਹਿੰਦਾ ਹਾਂ। ਭਾਵ ਕਿ ਥੋੜ੍ਹਾ ਜਿਹਾ ਕੰਮ ਕਰ ਲੈਂਦਾ, ਇੰਨੀ ਥਕਾਵਟ ਹੋ ਜਾਂਦੀ ਆ ਕਿ ਬਾਅਦ ਵਿੱਚ ਕੋਈ ਕੰਮ ਕਰਨ ਦਾ ਦਿਲ ਨਹੀਂ ਕਰਦਾ। ਕੁਝ ਲੋਕ ਆ ਜਿਹੜੇ ਕੰਮ ਕਰਦੇ ਆ, ਉਹਨਾਂ ਦਾ ਸਰੀਰ ਤਾਂ ਬਿਲਕੁਲ ਤੰਦਰੁਸਤ ਆ, ਪਰ ਉਹ ਫਿਰ ਵੀ ਉਹਨਾਂ ਨੂੰ ਥਕਾਵਟ ਹੋ ਜਾਂਦੀ ਹੈ। ਫਿਰ ਉਹਨਾਂ ਵਹਿਮਾਂ ਭਰਮਾਂ ਵਿੱਚ ਪੈ ਜਾਂਦੇ ਆ ਵੀ ਕਿਸੇ ਦਾ ਕੀਤਾ ਕਰਾਇਆ ਹੋਵੇਗਾ ਕੁਝ, ਤਾਂ ਇਹਨਾਂ ਚੀਜ਼ਾਂ ਦੇ ਚੱਕਰਾਂ ਵਿੱਚ ਫਸ ਜਾਂਦੇ ਆ। ਪਰ ਇਹਦਾ ਅਸਲ ਕਾਰਨ ਕੀ ਆ? ਸਾਨੂੰ ਕਿਹੜੀ ਬਾਣੀ ਪੜ੍ਹਨੀ ਚਾਹੀਦੀ ਆ ਜੇ ਸਾਡਾ ਸਰੀਰ ਥਕਾਵਟ ਵਿੱਚ ਆ? ਭਾਵੇਂ ਕਈ ਲੋਕ ਇਹੋ ਜਿਹੇ ਆ ਵੀ ਉਹ ਕਹਿੰਦੇ ਅਸੀਂ ਸਾਰੇ ਸਰੀਰ ਦੇ ਟੈਸਟ ਕਰਵਾ ਲਏ ਆ, ਸਰੀਰ ਤਾਂ ਸਾਡਾ ਸਾਰਾ ਠੀਕ ਆ, ਪਰ ਥਕਾਵਟ ਹੀ ਇੰਨੀ ਹੋ ਜਾਂਦੀ ਆ ਸਾਨੂੰ ਕਿ ਕੋਈ ਕੰਮ ਕਰਨ ਨੂੰ ਜੀਅ ਨਹੀਂ ਕਰਦਾ। ਹੁਣ ਇਹ ਜਿਹੜੇ ਵਿਚਾਰ ਆ ਉਹਨਾਂ ਸਾਰਿਆਂ ਲਈ ਆ, ਭਾਵੇਂ ਕਿਸੇ ਦੇ ਸਰੀਰ ਨੂੰ ਰੋਗ ਆ, ਕੋਈ ਅਰੋਗ ਆ, ਤੰਦਰੁਸਤ ਆ, ਕੰਮ ਕਰਨ ਨੂੰ ਜੀਅ ਨਹੀਂ ਕਰਦਾ, ਥਕਾਵਟ ਬਹੁਤ ਹੋ ਜਾਂਦੀ ਆ ਵਾਰ-ਵਾਰ। ਅਤੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਵੀ ਇਹਦਾ ਵੱਡਾ ਕਾਰਨ ਕੀ ਆ। ਸਭ ਤੋਂ ਪਹਿਲਾਂ ਤਾਂ ਜੇ ਤੁਹਾਡੇ ਮਨ ਵਿੱਚ ਇਹ ਗੱਲ ਚੀਜ਼ ਆ ਰਹੀ ਆ ਵੀ ਕਿਸੇ ਦਾ ਕੀਤਾ ਕਰਾਇਆ ਮੇਰੇ 'ਤੇ, ਇਹਨੂੰ ਇੱਕ ਪਾਸੇ ਰੱਖ ਦਿਓ ਅਤੇ ਸਮਝੋ ਇਹ ਸਾਰੀ ਮਨ ਦੀ ਖੇਡ ਆ। ਕਿਉਂਕਿ ਮਨ ਨੂੰ ਜਿਹਨੇ ਸਮਝ ਲਿਆ, ਜਿਹਨੇ ਮਨ ਨੂੰ ਜਿੱਤ ਲਿਆ, ਸਮਝੋ ਦੁਨੀਆ ਜਿੱਤ ਲਈ। ਮਨ ਜੀਤੈ ਜਗ ਜੀਤ। ਦੁਨੀਆ ਦੀ ਜਿੱਤ ਦੁਨੀਆ ਦੀ ਜਿੱਤ ਨਹੀਂ, ਮਨ ਦੀ ਜਿੱਤ ਦੁਨੀਆ ਦੀ ਜਿੱਤ ਆ, ਸੰਸਾਰ ਦੀ ਜਿੱਤ ਆ। ਮਨ ਸਾਡਾ ਕਈ ਵਾਰੀ ਇਵੇਂ ਕਰਦਾ ਹੁੰਦਾ, ਅਤੇ ਮਨ ਜਿਹੜਾ ਨਾ, ਅਤੇ ਉਹਦੇ ਮਗਰ ਬੜੀ ਛੇਤੀ ਸਾਡਾ ਸਰੀਰ ਲੱਗਦਾ। ਮਨ ਦੇ ਪਿੱਛੇ ਬਹੁਤ ਜਲਦੀ ਆਪਾਂ ਲੱਗ ਜਾਂਦੇ ਹਾਂ। ਮਨ ਨੇ ਆਖਿਆ ਆਹ ਚੀਜ਼ ਖਾਣੀ ਆ, ਜਦ ਹੀ ਖਾ ਲੈਂਦੇ ਹਾਂ ਨਾ। ਮਨ ਨੇ ਕੋਈ ਮਾੜੀ ਚੀਜ਼ ਕਹਿਤੀ ਕਰਨ ਨੂੰ, ਆਪਾਂ ਜਦ ਹੀ ਕਰ ਲੈਣੀ ਆ। ਅਤੇ ਮਨ ਦਾ ਸੁਭਾਅ ਚੰਚਲ ਹੁੰਦਾ, ਇਹ ਟਿਕ ਕੇ ਨਹੀਂ ਬਹਿ ਸਕਦਾ। ਤਾਂ ਮਨ ਜਦੋਂ ਇਸ ਤਰ੍ਹਾਂ ਕੋਈ ਵੀ ਦੇਖੋ, ਮਨ ਕਹੇਗਾ ਵੀ ਇਹ ਚੀਜ਼ ਬੰਦਾ ਤਰੱਕੀ ਕਰੇ, ਗੁਰੂ ਨਾਲ ਜੁੜ ਜਾਵੇ, ਮਨ ਨੇ ਕਦੇ ਨਹੀਂ ਕਹਿਣਾ। ਮਨ ਸ਼ੈਤਾਨ ਦਾ ਘਰ ਆ। ਬਾਰ-ਬਾਰ ਆਪਾਂ ਵਿਦਵਾਨਾਂ ਤੋਂ ਵੀ ਜ਼ਿਕਰ ਸੁਣਦੇ ਹਾਂ। ਅਤੇ ਮਨ ਜਿਹੜਾ ਐਵੇਂ ਆਪਾਂ ਨੂੰ ਕਹਿ ਦਿੰਦਾ ਵੀ ਤੂੰ ਪਿਆਰ ਹੈ। ਚੰਗੇ ਭਲੇ ਬੰਦੇ ਦੇਖੇ ਆ, ਸਰੀਰ ਉਹਨਾਂ ਦਾ ਤੰਦਰੁਸਤ ਹੁੰਦਾ ਅਤੇ ਆਰਾਮ ਦੇ ਨਾਲ ਪਏ ਰਹਿੰਦੇ ਆ, ਕੋਈ ਕਿਰਤ ਨਹੀਂ ਕਰਦੇ, ਕਹਿਣਗੇ ਅਸੀਂ ਠੀਕ ਨਹੀਂ ਹੈਗੇ। ਜੇ ਤੁਸੀਂ ਸਵੇਰੇ ਉੱਠਦਿਆਂ ਸਾਰ ਆਪਣੇ ਮਨ ਨੂੰ ਕਹਿ ਦਿਓ ਵੀ ਅੱਜ ਮੈਂ ਆਹ ਕੰਮ ਕਰਨੀ ਆ, ਸਮਾਂ ਸਾਰਣੀ ਬਣਾ ਲਓ, ਅਤੇ ਤੁਸੀਂ ਸਾਰੇ ਕੰਮ ਕਰੋਗੇ। ਜੇ ਉੱਠਦਿਆਂ ਸਾਰ ਕਹੋਗੇ ਕਿ ਮੈਂ ਤਾਂ ਜੀ ਅੱਜ ਬਿਮਾਰ ਹਾਂ, ਮੇਰਾ ਸਿਰ ਦੁਖਦਾ, ਕੋਈ ਕੰਮ ਵੀ ਤੁਹਾਡੇ ਤੋਂ ਹੋਣਾ ਨਹੀਂ, ਸਾਰਾ ਦਿਨ ਵਿਹਲੇ ਪਿਆਂ ਦਾ ਹੀ ਲੰਘ ਜਾਵੇਗਾ। ਤਾਂ ਜਦੋਂ ਆਪਾਂ ਉੱਠਦੇ ਹਾਂ ਸਵੇਰੇ, ਦੋ ਚੀਜ਼ਾਂ ਸਾਡੇ ਸਾਹਮਣੇ ਹੁੰਦੀਆਂ ਨੇ, ਇੱਕ ਆ ਬਹਾਨੇ, ਇੱਕ ਆ ਚੜ੍ਹਦੀ ਕਲਾ, ਇੱਕ ਆ ਢਹਿੰਦੀ ਕਲਾ। ਤਾਂ ਤੁਸੀਂ ਇਹ ਚੀਜ਼ ਦੇਖਣੀ ਆ, ਗਾਰੇ ਵਿੱਚ ਖੁੱਭੇ ਹੋਏ ਪੈਰ ਕਦੇ ਨੱਚ ਨਹੀਂ ਸਕਦੇ। ਜਿਵੇਂ ਚੰਗੇ ਦਿਨਾਂ ਦੀ ਆਸ ਤੋਂ ਬਿਨਾਂ ਜਿਉਣਾ ਢਹਿੰਦੀ ਕਲਾ ਹੁੰਦੀ ਆ। ਤਾਂ ਤੁਹਾਨੂੰ ਬੁਰੀਆਂ ਚੀਜ਼ਾਂ ਜਿਹੜੀਆਂ ਆਪਾਂ ਸੋਚਦੇ ਹਾਂ ਸਾਰੀਆਂ ਹੀ ਤਿਆਗਣੀਆਂ ਪੈਣਗੀਆਂ। ਇਹ ਜੇ ਤੁਸੀਂ ਇਹਦਾ ਕਾਰਨ ਲੱਭਣਾ, ਤੁਹਾਨੂੰ ਮਜ਼ਦੂਰ ਜਿਹੜੇ ਲੋਕ ਆ ਉਹਨਾਂ ਵੱਲ ਦੇਖਣਾ ਪਵੇਗਾ, ਜਿਹੜੇ ਮਿਹਨਤ ਮਜ਼ਦੂਰੀ ਕਰਕੇ ਆਪਦੀ ਰਿਜ਼ਕ ਜਿਹੜੀ ਰੋਟੀ ਆ ਚਲਾ ਰਹੇ ਆ, ਪਰਿਵਾਰ ਪਾਲ ਰਹੇ ਆ, ਉਹਨਾਂ ਬਾਰੇ ਮੈਂ ਤੁਹਾਨੂੰ ਦੱਸਣਾ ਕਿ ਉਹ ਬਿਮਾਰ ਨਹੀਂ ਹੁੰਦੇ, ਕਿ ਉਹਨਾਂ ਨੂੰ ਰੋਗ ਨਹੀਂ ਲੱਗਦੇ, ਪਰ ਉਹ ਕੰਮ 'ਤੇ ਜਾਂਦੇ ਆ। ਕਿਉਂਕਿ ਉਹਨਾਂ ਨੂੰ ਪਤਾ ਵੀ ਇਹ ਕੰਮ ਕਰਨਾ ਹੀ ਪੈਣਾ, ਫਿਰ ਉਹਨਾਂ ਨੂੰ ਪੈਸੇ ਮਿਲਣਗੇ, ਫਿਰ ਰਿਜ਼ਕ ਉਹਨਾਂ ਕੋਲ ਆਵੇਗਾ, ਫਿਰ ਉਹ ਪਰਿਵਾਰ ਚਲਾ ਸਕਣਗੇ ਆਪਣਾ ਚੰਗੀ ਤਰ੍ਹਾਂ। ਉਹਨਾਂ ਨੂੰ ਪਤਾ ਬਹਾਨੇ ਦੀ ਜਗ੍ਹਾ ਹੀ ਹੈ ਨਹੀਂ ਕੋਈ। ਸਾਡੇ ਕੋਲ ਅਸਲ ਵਿੱਚ ਬਹਾਨਿਆਂ ਦੀ ਜਗ੍ਹਾ, ਤਾਂ ਕਰਕੇ ਤਾਂ ਅਸੀਂ ਕਿਰਤ ਨਹੀਂ ਕਰਦੇ, ਫਿਰ ਅਸੀਂ ਪਏ ਰਹਿੰਦੇ ਹਾਂ। ਅਤੇ ਫਿਰ ਮਨ ਨੂੰ ਤਾਂ ਇਹ ਚੀਜ਼ ਵਾਰ-ਵਾਰ ਦੁਹਰਾਉਣ ਦੇ ਨਾਲ ਆਦਤ ਪੈ ਜਾਂਦੀ ਹੈ ਸਰੀਰ ਨੂੰ। ਸਰੀਰ ਨੇ ਮਨ ਦੇ ਚਲਾਇਆ ਚੱਲਣਾ। ਜੇ ਤੁਸੀਂ ਸਵੇਰੇ ਉੱਠ ਕੇ ਕਹਿ ਦੋਗੇ ਕਿ ਅੱਜ ਮੈਂ ਆਹ ਕੰਮ ਕਰਕੇ ਹੀ ਰਹਿਣਾ, ਕੰਮ ਤਾਂ ਕਰਨਾ ਹੀ ਆ, ਕੰਮ ਤਾਂ ਕਰਨਾ ਹੀ ਪਵੇਗਾ, ਕੰਮ ਤਾਂ ਕਰਨਾ ਹੀ ਚਾਹੀਦਾ, ਫਿਰ ਕਿਉਂ ਨਾ ਦਿਲ ਲਾ ਕੇ ਕਰੀਏ। ਤਾਂ ਇਹ ਕੁਰਾਹੇ ਜਿਹੜੇ ਪਏ ਆ ਨਾ ਚੀਜ਼, ਮਨ ਜਿਹੜਾ ਭਟਕਣਾ ਵਿੱਚ ਆ, ਇਹ ਢਹਿੰਦੀ ਕਲਾ ਦਾ ਪਹਿਲਾ ਲੱਛਣ ਹੁੰਦਾ। ਇਹ ਆ ਕੁਰਾਹੇ ਪੈ ਕੇ ਭਟਕਣਾ। ਮਨ ਜਿਹੜਾ ਰਾਹ ਨਹੀਂ ਪਿਆ, ਕੁਰਾਹੇ ਪੈ ਗਿਆ। ਹੁਣ ਗਿੱਲੀ ਲੱਕੜ ਆ, ਉਹਦੇ ਵਿੱਚੋਂ ਜਿਹੜਾ ਉੱਠਦਾ ਕਾਲਾ ਧੂੰਆਂ ਭਾਂਬੜ ਥੋੜ੍ਹੀ ਬਣ ਸਕਦਾ, ਨਹੀਂ ਬਣ ਸਕਦਾ। ਕਈ ਆਪਾਂ ਕਹਿ ਦਿੰਦੇ ਹਾਂ ਵੀ ਇੱਦਾਂ ਦੇ ਲੋਕ ਹੁੰਦੇ ਆ, ਉਹਨਾਂ ਦੇ ਅੰਦਰ ਕਿਰਤ ਕਰਨ ਦਾ ਚਾਅ ਹੁੰਦਾ ਹੀ ਨਹੀਂ। ਜੇ ਤੁਹਾਡੇ ਅੰਦਰ ਹੈ, ਸਮਾਂ ਸਾਰਣੀ ਬਣਾ ਲਓਗੇ ਰੋਜ਼ ਵੀ ਮੈਂ ਆਹ ਕੰਮ ਕਰਨੀ ਆ ਅੱਜ, ਕਦੇ ਵੀ ਸਰੀਰ ਇਹ ਨਹੀਂ ਕਹੇਗਾ ਵੀ ਮੈਂ ਥੱਕਿਆ ਹੋਇਆ, ਕਿਉਂਕਿ ਤੁਹਾਨੂੰ ਪਤਾ ਵੀ ਕੰਮ ਤਾਂ ਅਸੀਂ ਕਰਨੀ ਆ। ਹੁਣ ਤੁਸੀਂ ਕਈ ਵਾਰੀ ਦੇਖੋ, ਅਸੀਂ ਕਿਤੇ ਜਾਂਦੇ ਹਾਂ, ਸਫ਼ਰ ਕਰਦੇ ਹਾਂ ਜਾਂ ਰਿਸ਼ਤੇਦਾਰੀ ਵਿੱਚ ਜਾਂਦੇ ਹਾਂ, ਉੱਥੇ ਸੇਵਾ ਕਰਵਾਉਂਦੇ ਹਾਂ। ਉਸ ਵਕਤ ਜਿਹੜੇ ਭਾਵਨਾ ਵਾਲੇ ਹੁੰਦੇ ਆ ਨਾ, ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ 5-5 6-6 ਘੰਟੇ ਲਗਾਤਾਰ ਸੇਵਾ ਕਰਦੇ ਆ, ਕਿ 10-10 ਘੰਟੇ ਵੀ ਸੇਵਾ ਕਰਦੇ ਆ। ਇਹੋ ਜਿਹੇ ਵੀ ਹੈਗੇ ਆ ਸੱਜਣ ਪਿਆਰੇ। ਅਤੇ ਕਈ ਅੱਧਾ ਘੰਟਾ ਕਰਕੇ ਹਟ ਜਾਂਦੇ ਆ, ਕਿਉਂਕਿ ਉਹਨਾਂ ਅੰਦਰ ਭਾਵਨਾ ਨਹੀਂ,
ਉਹਨਾਂ ਦਾ ਮਨ ਨਹੀਂ ਮੰਨਦਾ। ਸਭ ਤੋਂ ਪਹਿਲਾਂ ਤਾਂ ਮਨ ਨੂੰ ਹੀ ਤੁਸੀਂ ਇਹਦੀ ਖੇਡ ਸਮਝੋ। ਬਾਕੀ ਜਿਹੜੀਆਂ ਚੀਜ਼ਾਂ ਕਹਿ ਦੇਣੀਆਂ ਕਿ ਮੈਂ ਤਾਂ ਭਾਈ ਬਹੁਤ ਜ਼ਿਆਦਾ ਥਕਾਵਟ ਵਿੱਚ ਆ, ਮੇਰੇ ਤੋਂ ਪਹਿਲਾਂ ਹੀ ਕਹਿ ਦੇਣਾ ਵੀ ਕੁਝ ਨਹੀਂ ਹੋਣਾ, ਇਹ ਢਹਿੰਦੀ ਕਲਾ। ਨਾ ਤਾਂ ਐਵੇਂ ਕੰਮ ਨਿਬੜਦੇ ਆ ਅਤੇ ਨਾ ਹੀ ਕੰਮਾਂ 'ਚ ਬਰਕਤ ਪੈਂਦੀ ਆ। ਅਤੇ ਜੇ ਤੁਸੀਂ ਭਾਈ ਕੰਮਾਂ ਵਿੱਚ ਬਰਕਤ ਪਾਉਣੀ ਆ, ਸਰੀਰ ਨੂੰ ਠੀਕ ਰੱਖਣਾ, ਉਹਦੇ ਲਈ ਤੁਹਾਨੂੰ ਮੈਂ ਇੱਕ ਸ਼ਬਦ ਕਹਿ ਰਿਹਾ ਵੀ ਜ਼ਰੂਰ ਪੜ੍ਹਿਆ ਕਰੋ, ਕਿਉਂਕਿ ਆਪਾਂ ਪੜ੍ਹਦੇ ਨਹੀਂ। ਢਹਿੰਦੀ ਕਲਾ ਵਿੱਚ ਬੰਦਾ ਜਿਹੜਾ ਇੰਨਾ ਥੱਕ ਜਾਂਦਾ ਵੀ ਕਈ ਤਾਂ ਕਹਿ ਦਿੰਦੇ ਆ ਵੀ ਜ਼ਿੰਦਗੀ ਹੈ ਕੀ ਆ, ਉਹ ਆਤਮ ਘਾਤ ਕਰਨ ਬਾਰੇ ਸੋਚਣ ਲੱਗ ਜਾਂਦੇ ਆ। ਇਵੇਂ ਬੰਦੇ ਦਾ ਜਿਹੜਾ ਆਤਮ ਪਿਆਰ ਆ ਉਹ ਆਤਮ ਘਿਰਣਾ ਵਿੱਚ ਬਦਲ ਜਾਂਦਾ। ਜੀਵਨ ਦਾ ਦੁੱਖ ਜਿਹੜਾ ਇਹ ਨਹੀਂ ਵੀ ਇਹ ਜੀਵਨ ਜਲਦੀ ਮੁੱਕ ਜਾਂਦਾ, ਸਗੋਂ ਗੱਲ ਇਹ ਆ ਵੀ ਅਸੀਂ ਜਿਉਣਾ ਹੀ ਨਹੀਂ ਆਰੰਭ ਕਰਦੇ, ਢਹਿੰਦੀ ਕਲਾ ਦੇ ਵਿੱਚ ਰਹਿੰਦੇ ਹਾਂ। ਢਹਿੰਦੀ ਕਲਾ ਦਾ ਕਾਰਨ ਕੀ ਆ? ਇਹ ਰੋਗ ਆ ਇੱਕ ਵੱਡਾ, ਜਿਹੜਾ ਕਿ ਸਰੀਰ ਨੂੰ ਨਿਤਾਣਾ ਕਰ ਦਿੰਦਾ। ਇਹ ਰੋਗ ਲੱਗ ਜਾਂਦੇ ਆ, ਮਾਨਸਿਕ ਰੋਗ ਲੱਗ ਜਾਂਦੇ ਆ, ਸਰੀਰਕ ਰੋਗ ਤਾਂ ਲੱਗਣੇ ਹੀ ਲੱਗਣੇ ਆ। ਤਾਂ ਇਹ ਚੀਜ਼ਾਂ ਨੂੰ ਹਟਾਉਣ ਵਾਸਤੇ ਰਾਤ ਨੂੰ ਜਦੋਂ ਸੌਣ ਤੋਂ ਪਹਿਲਾਂ ਆਪਣੇ ਆਪ ਨੂੰ ਚੰਗੇ ਸੁਨੇਹੇ ਦੇਣੇ ਆ। ਮੂੰਹ ਰਾਹੀਂ, ਰਸਨਾ ਰਾਹੀਂ ਬਾਣੀ ਦਾ ਜਾਪ ਕਰਨਾ ਅਤੇ ਕੰਨਾਂ ਰਾਹੀਂ ਸੁਣਨਾ ਹੈ। ਦੇਖੋ ਇਹ ਚੀਜ਼ ਮਨੋਵਿਗਿਆਨੀ ਵੀ ਮੰਨਦੇ ਆ ਵੀ ਜੇ ਰੋਗੀ ਬੰਦਾ ਕਹਿਣ ਲੱਗ ਜਾਵੇ ਅੱਜ ਮੈਂ ਕੱਲ੍ਹ ਨਾਲੋਂ ਠੀਕ ਹੋ ਗਿਆ, ਅਤੇ ਉਹ ਠੀਕ ਹੋਣ ਲੱਗ ਜਾਵੇਗਾ ਆਪਦੀ ਅੰਦਰੂਨੀ ਸ਼ਕਤੀ ਦੇ ਨਾਲ। ਅਤੇ ਜੇ ਕੋਈ ਚੰਗਾ ਭਲਾ ਬੰਦਾ ਕਹਿ ਰਵੇ ਮੈਂ ਬਿਮਾਰ ਹਾਂ, ਮੈਂ ਬਿਮਾਰ ਹਾਂ, ਸੱਚੀ ਉਹ ਲੱਛਣ ਉਹਦੇ ਵਿੱਚੋਂ ਦਿਸਣ ਲੱਗ ਜਾਣਗੇ। ਤਾਂ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਹੈ ਅਤੇ ਇਹ ਕਹਿਣਾ ਹੈ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਾਣੀ ਆ ਚੌਪਈ ਸਾਹਿਬ, ਉਹਦੇ ਵਿੱਚੋਂ ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਤਬ ਚਰਨਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਿਤਪਾਰਾ। ਭਾਵੇਂ 4 ਜਿਹੜੀਆਂ ਪੰਕਤੀਆਂ ਹਨ ਇਹ ਤੁਸੀਂ ਕੰਠ ਵੀ ਕਰ ਲਓ, ਬੜੀਆਂ ਸਹਿਜੇ ਆਪ ਜੀ ਨੂੰ ਕੰਠ ਹੋ ਜਾਣਗੀਆਂ। ਅਤੇ ਜੇ ਬਾਣੀ ਕੰਠ ਵੀ ਹੋ ਜਾਵੇ ਸਾਨੂੰ ਅਤੇ ਇਹਦੇ ਵਿੱਚ ਸਾਡਾ ਹੀ ਭਲਾ। ਵਾਰ-ਵਾਰ ਜਦੋਂ ਬਾਣੀ ਇੱਕ ਮਨ ਇੱਕ ਚਿੱਤ ਹੋ ਕੇ ਜਪਦੇ ਹਾਂ, ਬਾਣੀ ਬਹੁਤ ਸਹਿਜ ਆ, ਸਹਿਜੇ ਕੰਠ ਹੋ ਜਾਵੇਗੀ। ਤਾਂ ਮੈਂ ਇੱਥੇ ਦੱਸਣਾ ਚਾਹੁੰਦਾ ਆਪ ਜੀ ਨੂੰ ਹੋਰ ਕਈ ਕਾਰਨ ਆ। ਕਈ ਵਾਰੀ ਸਾਡਾ ਸਰੀਰ ਸੌਣਾ ਚਾਹੁੰਦਾ ਪਰ ਮਨ ਦਾ ਸੁਭਾਅ ਕੋਈ ਹੋਰ ਹੁੰਦਾ, ਮਨ ਜਾਗਦਾ ਅਤੇ ਚਿੰਤਾ ਕਰਦਾ। ਇਹ ਚਿੰਤਾ ਦਾ ਕਾਰਨ ਇਹ ਹੁੰਦਾ ਮਨੁੱਖ ਦੀ ਆਮਦਨ ਅਤੇ ਸੋਚ, ਉਹਦੀਆਂ ਇੱਛਾਵਾਂ ਅਤੇ ਆਦਤਾਂ ਨਾਲ ਜਦੋਂ ਇੱਕ ਸੁਰ ਨਹੀਂ ਹੁੰਦੀ, ਬੰਦਾ ਦੁਨੀਆ ਤੋਂ ਪਰੇਸ਼ਾਨ, ਆਪਣਿਆਂ ਤੋਂ ਦੁਖੀ, ਆਪਣੇ ਆਪ ਤੋਂ ਤੰਗ ਹੋਣ ਲੱਗ ਜਾਂਦਾ। ਅਸੀਂ ਚਿੰਤਾ ਬਹੁਤ ਕਰਦੇ ਹਾਂ। ਚਿੰਤਾ ਇਹ ਨਹੀਂ, ਦੇਖੋ ਚਿੰਤਾ ਸਾਰੀ ਕਰਦੇ ਆ, ਮੈਨੂੰ ਵੀ ਚਿੰਤਾ ਹੈ, ਆਪ ਜੀ ਨੂੰ ਵੀ ਚਿੰਤਾ ਹੈ ਸੰਗਤ ਜੀ। ਪਰ ਗੱਲ ਇਹ ਆ ਵੀ ਕਈ ਲੋਕ ਆ ਉਹਨਾਂ ਕੋਲ ਚਿੰਤਾ ਨੂੰ ਠੱਲ ਪਾਉਣ ਦੇ ਸੁਝਾਅ ਵੀ ਹੁੰਦੇ ਆ। ਚਿੰਤਤ ਹੀ ਦੀਸੈ ਸਭ ਕੋਇ, ਬਾਣੀ ਵਿੱਚ ਤਾਂ ਇਹ ਪੰਕਤੀ ਆਉਂਦੀ ਆ ਕਿਉਂਕਿ ਬਾਣੀ ਸੱਚ ਆ। ਗੁਰੂ ਮਹਾਰਾਜ ਕਹਿੰਦੇ ਆ ਜਿਹਦੇ ਵੀ ਮੈਂ ਚਿਹਰੇ ਵੱਲ ਵੇਖਦਾ ਸਾਰੀ ਦੁਨੀਆ ਚਿੰਤਾ ਫਿਕਰਾਂ ਵਿੱਚ ਆ। ਪਰ ਗੱਲ ਇਹ ਆ ਕਈ ਚਿੰਤਾ ਦਾ ਰੁੱਖ ਬਦਲ ਕੇ ਚੇਤੇ ਵਿੱਚ ਕਰ ਦਿੰਦੇ ਆ, ਉਹ ਮਾਲਕ ਨੂੰ ਚੇਤੇ ਕਰਦੇ ਆ, ਸਿਮਰਨ ਕਰਦੇ ਆ। ਉਹਨਾਂ ਨੂੰ ਪਤਾ ਲੱਗ ਜਾਂਦਾ ਚਿੰਤਾ ਫਿਕਰ ਝੋਰੇ ਕਰਨ ਨਾਲ ਕੀ ਹੋ ਜਾਵੇਗਾ, ਜੋ ਹੋਣਾ ਨਾ ਹੋ ਕੇ ਹੀ ਰਹਿਣਾ। ਮਹਾਂਪੁਰਖ ਕਿਸ ਤਰ੍ਹਾਂ ਕਹਿੰਦੇ ਆ, ਮਾਈ ਹੋਣ ਹਾਰ ਸੋ ਹੋਈ ਹੈ। ਵੀ ਬਾਣੀ ਵਿੱਚ ਹੈ ਵੀ ਜੋ ਹੋਣਾ ਹੋਣਾ, ਜੋ ਨਹੀਂ ਹੋਣਾ ਨਹੀਂ ਹੋਣਾ। ਚਿੰਤਾ ਪਾਸੇ ਰੱਖਦੇ ਪਰ ਨਾ, ਅਸੀਂ ਫਿਰ ਵੀ ਵਾਰ-ਵਾਰ ਜਿੰਨੀ ਮਰਜ਼ੀ ਆਪਾਂ ਕਥਾ ਸੁਣ ਲਈਏ, ਜਿੰਨਾ ਮਰਜ਼ੀ ਆਪਾਂ ਅਸਰ ਹੀ ਨਹੀਂ ਹੁੰਦਾ ਆਪਣੇ 'ਤੇ, ਅਸੀਂ ਚਿੰਤਾ ਫਿਕਰਾਂ 'ਚ ਪਏ ਰਹਿੰਦੇ ਹਾਂ। ਅਤੇ ਬਾਕੀ ਸਾਡੀਆਂ ਇੱਛਾਵਾਂ ਬਹੁਤ ਜ਼ਿਆਦਾ ਵੱਧ ਗਈਆਂ। ਇੱਕ ਇੱਛਾ ਮੁੱਕਦੀ ਨਹੀਂ, ਦੂਜੀ ਨਾਲ ਹੀ ਜਨਮ ਲੈ ਲੈਂਦੀ ਹੈ, ਦੂਜੀ ਮੁੱਕਦੀ ਨਹੀਂ, ਤੀਜੀ ਨਾਲ ਹੀ ਸ਼ੁਰੂ ਹੋ ਜਾਂਦੀ ਹੈ। ਤਾਂ ਅਸੀਂ ਭਾਈ ਆਪਦੀਆਂ ਆਦਤਾਂ ਨੂੰ ਸਾਨੂੰ ਸੁਧਾਰਨਾ ਪਊਗਾ। ਜੇ ਸਾਡਾ ਸਰੀਰ ਥੱਕਿਆ ਥੱਕਿਆ ਰਹਿੰਦਾ, ਇੰਨਾ ਕਹਿ ਕੇ ਖਹਿੜਾ ਨਹੀਂ ਇਹ ਆਪਣਾ ਛੁੱਟੇਗਾ ਵੀ ਅਸੀਂ ਤਾਂ ਸਰੀਰ ਦੇ ਟੈਸਟ ਵੀ ਕਰਾ ਲਏ, ਸਭ ਕੁਝ ਠੀਕ ਆ, ਕੀਤਾ ਕਰਾਇਆ ਹੋਣਾ। ਨਾ ਜੀ ਨਾ, ਮਨ ਦੀ ਖੇਡ ਆ ਸਾਰੀ। ਤੁਹਾਡਾ ਮਨ ਹੀ ਢਹਿੰਦੀ ਕਲਾ 'ਚ ਆ ਜੇ, ਇਹਨੂੰ ਚੜ੍ਹਦੀ ਕਲਾ 'ਚ ਲਿਜਾਣ ਦੀ ਲੋੜ ਆ। ਅਸੀਂ ਨਾ ਆਪਦੇ ਆਲੇ ਦੁਆਲੇ ਨੂੰ ਉਵੇਂ ਦੇਖਦੇ ਹੀ ਨਹੀਂ ਜਿਵੇਂ ਹੁੰਦਾ, ਸਗੋਂ ਉਵੇਂ ਵੇਖੀ ਜਾਂਦੇ ਜਿਵੇਂ ਅਸੀਂ ਆਪ ਹੁੰਦੇ। ਦੇਖਿਓ ਤੁਸੀਂ, ਜੇ ਮਨ ਉਦਾਸ ਹੋਵੇ ਕਦੇ, ਇਹਨੂੰ ਬੁਰੀਆਂ ਚੀਜ਼ਾਂ ਹੀ ਦਿਸਦੀਆਂ। ਜੇ ਢਹਿੰਦੀ ਕਲਾ ਹੋਵੇ, ਚੰਗੀ ਭਲੀ ਚੀਜ਼ ਕਹਿ ਦੇਵਾਂਗੇ ਇਹ ਠੀਕ ਨਹੀਂ ਹੈਗੀ। ਢਹਿੰਦੀ ਕਲਾ ਵਿੱਚ ਕੰਮ ਜਿਹੜਾ ਬੰਦਾ ਟਾਲ ਮਟੋਲੇ ਬਹੁਤ ਕਰਦਾ, ਮੁਲਤਵੀ ਵਾਲੇ ਕਰਦਾ ਕੰਮ, ਫਿਰ ਉਹ ਕੰਮ ਜਿਹੜੇ ਆ ਅੱਗੇ ਦੀ ਅੱਗੇ ਸਿਰ ਪੈ ਜਾਂਦੇ ਆ, ਫਿਰ ਬੰਦਾ ਕਮਜ਼ੋਰ ਹੋ ਜਾਂਦਾ। ਫਿਰ ਉਹ ਹੁੰਦਾ ਵੀ ਇੰਨੇ ਕੰਮ ਪਏ ਕਰਨ ਵਾਲੇ। ਢਹਿੰਦੀ ਕਲਾ ਨੂੰ ਹੋਰ ਸੰਘਣਾ ਕਰ ਦਿੰਦੀ ਹੈ ਚੀਜ਼। ਤਾਂ ਇਹ ਢਹਿੰਦੀ ਕਲਾ ਨਾ ਜਿਹੜੀ ਬੰਦੇ ਦੀ,
ਇਹਨੂੰ ਚੜ੍ਹਦੀ ਕਲਾ ਵਿੱਚ ਕਿਵੇਂ ਲਿਜਾਇਆ ਜਾ ਸਕਦਾ। ਪਹਿਲੀ ਚੀਜ਼ ਤਾਂ ਇਹ ਹੈ, ਸੰਗਤ ਚੰਗਿਆਂ ਦੀ ਕਰਨੀ ਪਊਗੀ, ਭਲੇ ਬੰਦਿਆਂ ਦੀ ਸੰਗਤ ਕਰਨੀ ਪਊਗੀ। ਫਿਰ ਬਾਣੀ ਦਾ ਅਭਿਆਸ ਕਰਨਾ ਪਊਗਾ, ਸਿਮਰਨ ਕਰਨਾ ਪਊਗਾ। ਜਿੰਨੇ ਵੀ ਆਪਾਂ ਵੇਖਦੇ ਹਾਂ ਆਸੇ ਪਾਸੇ ਲੋਕ ਆ, ਬਹੁਤੇ ਲੋਕ ਢਹਿੰਦੀ ਕਲਾ ਵਿੱਚ ਆ। ਭਾਵੇਂ ਹਾਲ ਚਾਲ ਆਪਾਂ ਪੁੱਛਦੇ ਹਾਂ ਜੀ ਕੀ ਹਾਲ ਆ, ਉਹ ਅੱਗੋਂ ਕਹਿੰਦੇ ਚੜ੍ਹਦੀ ਕਲਾ। ਇਹ ਇੱਕ ਕਹਿਣ ਮਾਤਰ ਹੀ ਨਾ ਹੋਵੇ, ਇਹ ਸੱਚਮੁੱਚ ਸਿੱਖ ਦੇ ਅੰਦਰ ਚੜ੍ਹਦੀ ਕਲਾ ਹੋਣੀ ਚਾਹੀਦੀ ਆ। ਕਿਉਂਕਿ ਜ਼ਿੰਮੇਵਾਰੀਆਂ ਸਾਰਿਆਂ 'ਤੇ ਹੀ ਹੁੰਦੀਆਂ ਨੇ। ਕਈ ਵਾਰੀ ਜਵਾਨੀ ਵਿੱਚ ਨਾ ਕੁਝ ਲੋਕ ਆ, ਜਦੋਂ ਬਾਜ਼ਾਰ ਜਾਂਦੇ ਆ ਉੱਥੇ ਚਮਕ ਦਮਕ ਵਾਲੀਆਂ ਚੀਜ਼ਾਂ ਵੇਖਦੇ ਆ, ਕਹਿ ਦਿੰਦੇ ਆ ਕੀ ਕਰੀਏ ਹੁਣ, ਵੀ ਇਹ ਚੀਜ਼ਾਂ ਸਾਰੀਆਂ ਹੀ ਮਨ ਕਰਦਾ ਵੀ ਲੈ ਲਈਏ। ਪਰ ਜ਼ਿੰਮੇਵਾਰ ਬੰਦਾ ਪਤਾ ਕੀ ਕਹਿ ਦਿੰਦਾ ਹੈ, ਵੀ ਘਰ ਦੀਆਂ ਪਰਿਵਾਰਕ ਜ਼ਿੰਮੇਵਾਰੀਆਂ ਵੀ ਨੇ, ਪਰ ਅਸੀਂ ਇਹ ਹੁਣ ਕਰਨਾ ਨਹੀਂ ਕੁਝ। ਤਾਂ ਇਵੇਂ ਫਿਰ ਇਹ ਚੀਜ਼ ਸੋਚ ਸੋਚ ਕੇ ਵੀ ਕਰਨੀ ਪੈਂਦੀ ਆ। ਤਾਂ ਵੱਖਰੇ ਵੱਖਰੇ ਹਰ ਘਰ ਦੀ ਵੱਖਰੀ ਕਹਾਣੀ ਹੁੰਦੀ ਆ। ਹਰ ਇਨਸਾਨ ਵਾਹਿਗੁਰੂ ਪਰਮੇਸ਼ਰ ਨੇ ਕੋਈ ਨਾ ਕਿਸੇ ਹੀ ਜਿਹਾ ਉਪਾਇਆ, ਕੋਈ ਕਿਸੇ ਵਰਗਾ ਬਣਾਇਆ ਹੀ ਨਹੀਂ। ਸਰੀਰਕ ਦਿੱਖ ਵਿੱਚ ਕਿਸੇ ਦੇ ਅੰਗੂਠੇ ਦਾ ਨਿਸ਼ਾਨ ਇੱਕ ਦੂਜੇ ਨਾਲ ਨਹੀਂ ਮਿਲਦਾ। ਆਪਾਂ ਵੇਖਦੇ ਹੀ ਹਾਂ, ਸਾਰੇ ਆਪਾਂ ਜਾਣਦੇ ਹਾਂ, ਆਧਾਰ ਕਾਰਡ ਸਾਰਿਆਂ ਦੇ ਬਣੇ ਆ, ਤਾਂ ਉਹ ਕੋਈ ਕਿਸੇ ਨਾਲ ਮੈਚ ਕਰਦੀ ਹੈ, ਚੀਜ਼ ਮਿਲਦੀ ਆ ਨਾ ਜੀ ਨਾ। ਇਹ ਰੱਬ ਦੀ ਇੱਕ ਲੀਲਾ ਹੀ ਆ। ਪਰ ਜਦੋਂ ਆਪਾਂ ਗੱਲ ਕਰੀਏ ਮਨ ਦੀ, ਮਨ ਦੇ ਤਲ ਨੂੰ ਵੇਖੀਏ, ਸਾਰੇ ਚਿੰਤਾ 'ਚ ਰਹਿੰਦੇ ਆਪਾਂ, ਚਿੰਤਾ ਫਿਕਰਾਂ 'ਚ ਰਹਿੰਦੇ ਹਾਂ। ਰਾਤ ਨੂੰ ਸੌਣ ਵੇਲੇ ਵੀ ਫਿਕਰ ਕਰਦੇ ਹਾਂ, ਸਵੇਰੇ ਉੱਠ ਕੇ ਵੀ ਫਿਕਰ ਹੋ ਜਾਂਦਾ। ਜੇ ਆਪਾਂ ਰਾਤ ਨੂੰ ਸੌਣ ਵੇਲੇ ਅਰਦਾਸ ਕਰ ਦਈਏ ਮਾਲਕ ਅੱਗੇ ਵੀ ਤੇਰੇ 'ਤੇ ਮੈਨੂੰ ਯਕੀਨ ਆ, ਕੀ ਪਤਾ ਜਿਹੜੀ ਸਮੱਸਿਆ ਨੂੰ ਅਸੀਂ ਵੱਡੀ ਸਮਝੀ ਫਿਰਦੇ ਹਾਂ, ਸਾਨੂੰ ਕੋਈ ਆ ਕੇ ਕਹਿ ਦੇਵੇ, ਭਾਈ ਫੋਨ ਹੀ ਕਰ ਦੇਵੇ ਵੀ ਤੇਰੀ ਆਹ ਸਮੱਸਿਆ ਸੀ ਹੱਲ ਹੋ ਗਈ ਹੈ। ਇਹ ਵੀ ਹੋ ਜਾਂਦਾ। ਗੱਲ ਤਾਂ ਵਿਸ਼ਵਾਸ ਦੀ ਆ। ਅਤੇ ਜਦੋਂ ਕੋਈ ਉਤਸ਼ਾਹ ਨਾ ਹੋਵੇ ਮਨ ਦੇ ਵਿੱਚ, ਕੋਈ ਲਗਨ, ਕੋਈ ਰੁਝੇਵਾਂ, ਕੋਈ ਪ੍ਰੇਰਨਾ, ਕੋਈ ਸ਼ੌਂਕ ਨਾ ਹੋਵੇ, ਫਿਰ ਉਹਦਾ ਨਤੀਜਾ ਕੀ ਹੋਊਗਾ? ਢਹਿੰਦੀ ਕਲਾ। ਢਹਿੰਦੀ ਕਲਾ ਹੀ ਆ ਨਾ ਫਿਰ ਤਾਂ ਉਹਦੇ ਵਿੱਚੋਂ, ਚੜ੍ਹਦੀ ਕਲਾ ਤਾਂ ਹੋ ਨਹੀਂ ਸਕਦੀ। ਤਾਂ ਆਪਾਂ ਵੇਖਦੇ ਹਾਂ ਕੁਝ ਬੰਦੇ ਜਿਹੜੇ ਹੁੰਦੇ ਆ ਰੱਬ ਨੂੰ ਵੀ ਤਿਆਗ ਦਿੰਦੇ ਆ। ਕੁਝ ਬੰਦੇ ਹੁੰਦੇ ਆ ਕਹਿ ਦਿੰਦੇ ਆ ਰੱਬ ਹੈ ਹੀ ਨਹੀਂ। ਕਈ ਆਪਣੇ ਆਪ ਨਾਲ ਰੁੱਸੇ ਰਹਿੰਦੇ ਆ, ਆਪਣੇ ਆਪ ਨੂੰ ਰੱਦ ਕਰ ਦਿੰਦੇ ਆ। ਇਵੇਂ ਜੀਵਨ ਦੇ ਅੰਤ ਤੱਕ ਇਕੱਲਤਾ ਜੀ ਹਟਾਉਂਦੇ ਆ। ਤਾਂ ਇਹ ਚੀਜ਼ ਹੁੰਦੀ ਆ ਕਿ ਨਸ਼ਿਆਂ 'ਚ ਪੈ ਜਾਂਦੇ ਆ, ਕੋਈ ਕਰਜ਼ਿਆਂ ਦੇ ਲਤਾੜੇ ਹੁੰਦੇ ਆ। ਤਾਂ ਇਵੇਂ ਜਿਹੜੇ ਵਿਅਕਤੀ ਆ ਨਤਾਣੇ ਹੋ ਜਾਂਦੇ ਆ। ਇਹਨਾਂ ਦਾ ਸਵੇਰੇ ਅੰਮ੍ਰਿਤ ਵੇਲੇ ਉੱਠਣ ਨੂੰ ਦਿਲ ਹੀ ਨਹੀਂ ਕਰਦਾ। ਫਿਰ ਇਹ ਸਾਰੀਆਂ ਚੀਜ਼ਾਂ ਇੱਕ ਦੂਜੇ ਨਾਲ ਜੁੜਦੀਆਂ ਨੇ। ਜਿੰਨੀਆਂ ਸਿੱਧੀਆਂ ਆਪ ਜੀ ਨੂੰ ਲੱਗਦੀਆਂ ਨੇ ਨਾ, ਆਪਾਂ ਇੰਨਾ ਕੁ ਕਹਿ ਕੇ ਨਹੀਂ ਖੜਾ ਛੁਡਾ ਸਕਦੇ ਕੀਤਾ ਕਰਾਇਆ ਕਿਸੇ ਦਾ, ਇਹ ਮੇਰੇ 'ਤੇ ਕਿਸੇ ਨੇ ਜਾਦੂ ਟੂਣਾ ਕਰ ਦਿੱਤਾ, ਨਾ ਭਾਈ ਨਾ, ਇਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ। ਇਹਦੇ ਨਾਲ ਹੋਰ ਮਨ ਜਿਹੜਾ ਢਹਿੰਦੀ ਕਲਾ 'ਚ ਹੋਰ ਚਲਾ ਜਾਵੇਗਾ। ਤਾਂ ਇੱਥੇ ਆਪਾਂ ਗੱਲ ਕਰ ਰਹੇ ਹਾਂ, ਕੁਝ ਲੋਕ ਇਕੱਲੇ ਰਹਿਣਾ ਪਸੰਦ ਕਰਦੇ ਆ। ਉਹਨਾਂ ਨੂੰ ਇਉਂ ਹੁੰਦਾ ਅਸੀਂ ਪਏ ਰਹੀਏ, ਲੇਟੇ ਰਹੀਏ, ਕੋਈ ਕੰਮ ਨਾ ਸਾਨੂੰ ਆਵਾਜ਼ ਨਾ ਮਾਰੇ। ਜੇ ਘਰ ਦੇ ਆਵਾਜ਼ ਮਾਰਦੇ ਆ ਤਾਂ ਬੱਚੇ ਖਿੱਝ ਜਾਂਦੇ ਆ ਕਿ ਇਕਾਂਤ ਵਿੱਚ ਰਹਿਣਾ ਚਾਹੁੰਦੇ ਆ। ਦੇਖੋ ਇੱਕ ਤਾਂ ਹੁੰਦਾ ਸਾਧੂ ਵਾਲਾ ਇਕਾਂਤ, ਸਮਝੋ ਇਹਨੂੰ, ਵੀ ਇਕੱਲੇ ਬੈਠ ਕੇ ਉਹ ਭਜਨ ਬੰਦਗੀ ਕਰ ਰਹੇ, ਅੱਖਾਂ ਮੀਟ ਕੇ ਧਿਆਨ ਸਾਧਨਾ ਕਰੀ ਜਾਂਦੇ ਆ। ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ। ਅਤੇ ਇੱਕ ਹੈਗੇ ਆ ਸਾਰੇ ਪਰਿਵਾਰ ਨੂੰ ਅਤੇ ਪਾਸੇ ਹੋ ਕੇ ਵੀ ਮੈਂ ਇਕੱਲਾ ਰਹਾਂ, ਮੈਨੂੰ ਕੋਈ ਦੁਨੀਆ ਹੀ ਪਸੰਦ ਨਹੀਂ ਹੈਗੀ, ਮੈਨੂੰ ਰੱਬ ਪਸੰਦ ਨਹੀਂ ਹੈਗਾ। ਇਵੇਂ ਇਕੱਲੇ ਰਹਿਣ 'ਚ ਬਹੁਤ ਫਰਕ ਆ। ਹੁਣ ਇੱਕ ਗੱਲ ਮੈਂ ਤੁਹਾਨੂੰ ਇੱਥੇ ਦੱਸਦਾ, ਇਹ ਤਾਂ ਕਈਆਂ ਦੇ ਘਰੇ ਬੜੇ ਸਿਆਣੇ ਬਜ਼ੁਰਗ ਮਾਤਾ ਪਿਤਾ ਹੁੰਦੇ ਆ ਜਿਹੜੇ ਚੜ੍ਹਦੀ ਕਲਾ 'ਚ ਹੁੰਦੇ ਆ। ਜੇ ਮਾਤਾ ਪਿਤਾ ਚੜ੍ਹਦੀ ਕਲਾ 'ਚ ਹੋਣਗੇ, ਬੱਚਾ ਉਹਨਾਂ ਨੂੰ ਦੇਖ ਕੇ ਚੜ੍ਹਦੀ ਕਲਾ 'ਚ ਹੋ ਜਾਵੇਗਾ। ਅਤੇ ਜੇ ਮਾਤਾ ਪਿਤਾ ਹੀ ਢਹਿੰਦੀ ਕਲਾ 'ਚ ਚਲੇ ਗਏ, ਫਿਰ ਬੱਚਿਆਂ ਨੂੰ ਕੌਣ ਸਮਝਾਵੇਗਾ? ਤਾਂ ਜੇ ਮਾਪੇ ਢਹਿੰਦੀ ਕਲਾ 'ਚ ਹੋਣ, ਦੇਖਿਓ ਤੁਸੀਂ ਕਿਤੇ ਵੀ ਤਜਰਬਾ ਕਰ ਲਿਓ, ਉਹਨਾਂ ਦੀ ਜਿਹੜੀ ਸੰਤਾਨ ਹੋਊਗੀ ਉਦਾਸ ਹੋਊਗੀ, ਜ਼ਿੰਦਗੀ ਤੋਂ ਅਸੰਤੁਸ਼ਟ ਹੋਊਗੀ, ਖੁਸ਼ ਨਹੀਂ ਹੋਵੇਗੀ। ਤਾਂ ਇਹ ਅਸੰਤੁਸ਼ਟਤਾ ਅਤੇ ਉਦਾਸੀ ਢਹਿੰਦੀ ਕਲਾ ਦੇ ਮੋਢੇ ਹੁੰਦੇ ਆ ਅਸਲ ਵਿੱਚ। ਆਪਾਂ ਗੱਲ ਅੱਜ ਕਰ ਰਹੇ ਹਾਂ ਚੜ੍ਹਦੀ ਕਲਾ, ਢਹਿੰਦੀ ਕਲਾ ਦੀ। ਢਹਿੰਦੀ ਕਲਾ ਦੀਆਂ ਕੁਝ ਵੱਡੀਆਂ ਨਿਸ਼ਾਨੀਆਂ ਵੀ ਨੇ, ਉਹ ਮੈਂ ਦੱਸ ਦਿੰਦਾ ਵੀ ਤੁਹਾਨੂੰ ਪਤਾ ਲੱਗ ਜੂਗਾ ਵੀ ਢਹਿੰਦੀ ਕਲਾ ਹੁੰਦੀ ਕੀ ਆ। ਬਿਨਾਂ ਕਾਰਨ ਤੋਂ ਗੁੱਸਾ ਕਰੀ ਜਾਣਾ। ਕੋਈ ਲੋਕ ਹੁੰਦੇ ਆ ਨਾ, ਗੱਲ ਕੋਈ ਹੁੰਦੀ ਨਹੀਂ, ਐਵੇਂ ਮੂੰਹ ਬਣਾ ਕੇ ਬਹਿ ਜਾਂਦੇ ਆ, ਗੁੱਸਾ ਕਰਦੇ ਆ। ਇਹ ਢਹਿੰਦੀ ਕਲਾ ਦੀ ਵੱਡੀ ਨਿਸ਼ਾਨੀ ਆ। ਜਿਨ੍ਹਾਂ ਦਾ ਆਪਦੇ ਆਪ 'ਤੇ ਕੰਟਰੋਲ ਨਹੀਂ, ਆਪਣੇ ਆਪ 'ਤੇ ਜੋ ਨਿਯੰਤਰਣ ਨਹੀਂ ਰੱਖ ਸਕਦੇ, ਤਾਂ ਉਹਨਾਂ ਨੂੰ ਤਾਂ ਆਪਾਂ ਕਹਾਂਗੇ ਨਾ ਵੀ ਇਹ ਨਿਸ਼ਾਨੀ ਆ। ਅਤੇ ਕੇਵਲ ਆਪਦੇ ਆਪ ਬਾਰੇ ਸੋਚੀ ਜਾਣਾ ਵੀ ਮੈਂ
ਕੇਵਲ ਸਵਾਰਥ ਕਰਨਾ ਇੰਨਾ ਜ਼ਿਆਦਾ ਵੀ ਇਹ ਵੀ ਇੱਕ ਢਹਿੰਦੀ ਕਲਾ ਹੀ ਆ। ਜਾਣਨ ਦੀ ਇੱਛਾ ਤੋਂ ਬਿਨਾਂ ਪੁੱਛਣਾ, ਐਵੇਂ ਪੁੱਛੀ ਜਾਣਾ, ਪਰ ਜਾਣਨ ਦੀ ਇੱਛਾ ਨਾ ਹੋਣੀ, ਵਿਉਂਤ ਤੋਂ ਬਿਨਾਂ ਹੀ ਕਰਜ਼ੇ ਲਈ ਜਾਣੇ ਅਤੇ ਲੋੜ ਤੋਂ ਬਿਨਾਂ ਹੀ ਚੀਜ਼ਾਂ ਖਰੀਦੀ ਜਾਣੀਆਂ। ਤਾਂ ਇਹ ਚੀਜ਼ਾਂ ਫਿਰ ਨਸ਼ੇ ਵਿੱਚ ਵੀ ਬੰਦੇ ਨੂੰ ਪਾ ਦਿੰਦੀਆਂ ਸਾਧ ਸੰਗਤ ਜੀ, ਕਿਉਂਕਿ ਲੋੜ ਥੋੜ੍ਹੀ ਹੁੰਦੀ ਹੈ ਨਸ਼ੇ ਦੀ ਸਰੀਰ ਨੂੰ। ਹੁਣ ਆਪਾਂ ਪ੍ਰਸ਼ਾਦਾ ਛਕਦੇ ਹਾਂ, ਕਈ ਲੋਕ ਕਹਿ ਦਿੰਦੇ ਆ ਇਹ ਵੀ ਇੱਕ ਨਸ਼ਾ ਹੀ ਆ। ਨਾ ਜੀ ਨਾ, ਇਹ ਤਾਂ ਇੱਕ ਲੋੜ ਆ। ਐਂ ਤਾਂ ਪਾਣੀ ਵੀ ਫਿਰ ਨਸ਼ਾ ਹੋ ਜਾਵੇਗਾ। ਕਈ ਕਹਿਣਗੇ ਹਰ ਚੀਜ਼ ਨਸ਼ਾ ਹੁੰਦੀ ਹੈ। ਨਾ ਜੀ ਨਾ, ਨਸ਼ਾ ਜੇ ਨਾਮ ਕਿਸੇ ਨੇ ਰੱਖਿਆ, ਉਹ ਚੀਜ਼ ਬੁਰੀ ਚੀਜ਼ ਜਿਹਦੇ ਅਸੀਂ ਆਦੀ ਹੋ ਚੁੱਕੇ ਹਾਂ, ਸ਼ਰਾਬ ਕੋਈ ਵੀ ਆ, ਹੋਰ ਜਿਵੇਂ ਕਿ ਬਹੁਤ ਸਾਰੇ ਨਸ਼ੇ ਅੱਜ ਕੱਲ੍ਹ ਨੌਜਵਾਨ ਪੈ ਰਹੇ ਆ, ਢਹਿੰਦੀ ਕਲਾ ਵਿੱਚ ਨੇ। ਚੜ੍ਹਦੀ ਕਲਾ 'ਚ ਹੋਣਗੇ, ਨਸ਼ਿਆਂ 'ਚ ਕਿਵੇਂ ਪੈ ਜਾਣਗੇ। ਨਸ਼ਾ ਕੋਈ ਹੋਵੇ, ਕੋਈ ਵੀ ਹੋਵੇ, ਗੁਰਮੁਖ ਪਿਆਰਿਓ, ਇਹਦੇ ਲੜ ਲੱਗਣ ਵਾਲੇ ਤੇ ਹੌਲੀ ਹੌਲੀ ਝੂਠੇ ਬਣ ਜਾਂਦੇ ਆ, ਬੇਈਮਾਨ ਬਣ ਜਾਂਦੇ ਆ, ਸਵਾਰਥੀ ਬਣ ਜਾਂਦੇ ਆ, ਅਕ੍ਰਿਤਕਣ ਬਣ ਜਾਂਦੇ ਆ। ਇਹੋ ਜਿਹੇ ਬੰਦੇ ਫਿਰ ਰਿਸ਼ਤਿਆਂ 'ਚ ਪੂਰੇ ਨਹੀਂ ਉਤਰਦੇ, ਜਿਹੜੇ ਨਸ਼ੇੜੀ ਬਣ ਜਾਂਦੇ, ਕਿਉਂਕਿ ਉਹ ਅਪਮਾਨ ਕਰਦੇ ਆ ਦੂਜਿਆਂ ਦਾ, ਬੇਇੱਜ਼ਤੀ ਕਰਦੇ। ਹੁਣ ਸ਼ਰਾਬੀ ਨੂੰ ਕਈ ਵਾਰੀ ਪਤਾ ਨਹੀਂ ਲੱਗਦਾ, ਉਹ ਆਪਦੀ ਘਰਵਾਲੀ ਨੂੰ ਹੀ ਮਾਰ ਦਿੰਦਾ, ਬੱਚਿਆਂ ਨੂੰ ਮਾਰਦਾ ਕੁੱਟਦਾ, ਫਿਰ ਇਵੇਂ ਰਿਸ਼ਤੇ ਚੰਗੇ ਕਿਵੇਂ ਬਣਨਗੇ। ਤਾਂ ਇਹ ਢਹਿੰਦੀ ਕਲਾ ਵੀ ਜੇ ਕਹਿ ਦੇਣਾ ਮੇਰਾ ਸਰੀਰ ਜੀ ਥੱਕਿਆ ਥੱਕਿਆ ਰਹਿੰਦਾ, ਗੱਲ ਆਪਾਂ ਇੱਥੋਂ ਸ਼ੁਰੂ ਕੀਤੀ ਸੀ, ਉੱਥੇ ਆਪਾਂ ਸਮਾਪਤੀ ਕਰਾਂਗੇ। ਤਾਂ ਇਹ ਜਿਹੜੀਆਂ ਚੀਜ਼ਾਂ ਮੈਂ ਨਿਸ਼ਾਨੀਆਂ ਦੱਸੀਆਂ ਵੀ ਜੇ ਮਨ ਤੁਸੀਂ ਆਪਦਾ ਠੀਕ ਕਰ ਲਓਗੇ, ਸਰੀਰ ਤੁਹਾਡਾ ਠੀਕ ਆਪੇ ਹੀ ਹੋ ਜਾਣਾ। ਲੋੜ ਆ ਮਨ 'ਤੇ ਕੰਮ ਕਰਨ ਦੀ। ਮਨ 'ਤੇ ਕੰਮ ਕਿਵੇਂ ਕਰਨਾ? ਗੁਣ ਗਾਉਣੇ ਆ ਪਰਮੇਸ਼ਰ ਦੇ, ਗੁਣ ਗਾਵਾਂਗੇ, ਮਨ 'ਤੇ ਲੱਗੀ ਮੈਲ ਉਤਰ ਜਾਵੇਗੀ ਅਤੇ ਮਨ ਜਿਹੜਾ ਹੈ ਉਹ ਉਜਲਾ ਹੋ ਜਾਵੇਗਾ। ਫਿਰ ਟਿਕਾ ਵਿੱਚ ਆ ਜਾਵੇਗਾ, ਸ਼ਾਂਤੀ ਵਿੱਚ ਆ ਜਾਵੇਗਾ। ਫਿਰ ਆਪਾਂ ਕਿਰਤ ਵੀ ਕਰਾਂਗੇ, ਨਾਲ ਨਾਲ ਕੀਰਤੀ ਵੀ ਕਰਾਂਗੇ ਭਾਈ। ਤਾਂ ਇਹ ਚੀਜ਼ਾਂ ਨੂੰ ਤੁਸੀਂ ਖਿਆਲ ਵਿੱਚ ਰੱਖਣਾ, ਅਤੇ ਇਹ ਚੀਜ਼ਾਂ ਸਾਰੀਆਂ ਰਲ ਮਿਲ ਕੇ ਹੋਣੀਆਂ ਨੇ ਸਹਿਯੋਗ ਦੇ ਨਾਲ। ਇਹ ਐਂ ਨਹੀਂ ਕਹਿਣਾ ਵੀ ਮੈਂ ਇਕੱਲਾ ਹੀ ਰਹਿਣਾ, ਇਕੱਲੇ ਰਹਿਣਾ ਕੋਈ ਹੱਲ ਨਹੀਂ ਹੁੰਦਾ। ਪੁਰਾਣੇ ਸਮਿਆਂ ਵਿੱਚ ਜਿਹੜੇ ਰਿਸ਼ੀ ਮੁਨੀ ਸੀਗੇ, ਉਹ ਆਪਣੀ ਜਿਹੜੀ ਸ਼ਕਤੀ ਸੀ ਉਹਨੂੰ ਇਕਾਗਰ ਕਰਨ ਵਿੱਚ, ਸਮਾਧੀਆਂ ਵਿੱਚ ਲਾਉਂਦੇ ਹੁੰਦੇ ਸੀ। ਅਤੇ ਹੁਣ ਅਸੀਂ ਵੇਖਦੇ ਹਾਂ ਢਹਿੰਦੀ ਕਲਾ ਇਸ ਕਰਕੇ ਉਪਜੀ ਆ ਵੀ ਅਸੀਂ ਸਰੀਰਕ, ਮਾਨਸਿਕ, ਆਤਮਿਕ ਸ਼ਕਤੀ ਨੂੰ ਸਾਂਭਦੇ ਹੀ ਨਹੀਂ। ਅਤੇ ਕੀ ਕਰਦੇ ਹਾਂ, ਇਹ ਸ਼ਕਤੀ ਜਿਹੜੀ ਆ ਕੀ 'ਚ ਲੰਘ ਰਹੀ ਆ? ਤਾਨੇ ਮਿਹਣਿਆਂ 'ਚ, ਨਿੰਦਿਆ 'ਚ, ਸਾੜੇ, ਈਰਖਾ ਅਤੇ ਬਦਲਾ ਲੈਣ ਦੀ ਭਾਵਨਾ, ਸਭ ਕੁਝ ਸਿਖਾਉਣਾ ਕਿਸੇ ਨੂੰ। ਤਾਂ ਇਹ ਚੀਜ਼ਾਂ ਵਿੱਚ ਅਸੀਂ ਆਪਦੀ ਜਵਾਨੀ 'ਚ ਅੱਕ ਥੱਕ ਜਾਂਦੇ ਹਾਂ, ਸਾਨੂੰ ਪਤਾ ਹੀ ਨਹੀਂ ਇਹ ਜ਼ਿੰਦਗੀ ਹੈ ਕੀ ਆ। ਗੁਰਮੁਖ ਪਿਆਰਿਓ, ਕਿਸੇ ਨਾਲ ਜਦੋਂ ਆਪਾਂ ਲੜਦੇ ਹਾਂ ਨਾ, ਲੜਨ ਨਾਲ ਅਸੀਂ ਆਪ ਵੱਧ ਥੱਕਦੇ ਹਾਂ। ਇਹ ਲੜਨਾ ਹੀ ਆ ਅਤੇ ਕਮ ਸੇ ਕਮ ਭਾਈ ਆਪਦੇ ਮਨ ਨਾਲ ਲੜੋ। ਇਹ ਲੜਨਾ ਹੀ ਆ ਅਤੇ ਆਪਦੇ ਮਨ ਨਾਲ ਲੜਾਈ ਕਰੋ ਨਾ, ਜਿਹੜਾ ਸਭ ਤੋਂ ਵੱਡਾ ਦੁਸ਼ਮਣ ਆ। ਇਹ ਤਾਂ ਅਜੇ ਜਿੰਦਾ ਵਾ, ਬਾਹਰ ਕਿਹਦੇ ਨਾਲ ਲੜਨਾ। ਤਾਂ ਇਹ ਚੀਜ਼ਾਂ ਜਿਹੜੀਆਂ ਹਨ, ਇਹ ਸਾਨੂੰ ਸਿਆਣੇ ਬਣਨਾ ਪਵੇਗਾ। ਅਤੇ ਜੇ ਫਿਰ ਇਹ ਬਾਣੀ ਹਮਰੀ ਕਰੋ ਹਾਥ ਦੇ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਵ ਚਰਨਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ। ਤੁਸੀਂ ਇਹ ਬਾਣੀ ਕੰਠ ਕਰ ਲੈਣੀ ਹੈ ਸੌਣ ਤੋਂ ਪਹਿਲਾਂ, ਅਤੇ ਜਾਂ ਕਿਸੇ ਸਮੇਂ ਵੀ ਇਹ ਬਾਣੀ ਦਾ ਅਭਿਆਸ ਕਰ ਸਕਦੇ ਹੋ, ਕਿਉਂਕਿ ਬਾਣੀ ਜਿਹੜੀ ਆ ਜਿੰਨੀ ਪੜ੍ਹੀ ਜਾਵੇ, ਇੱਕ ਮਨ ਇੱਕ ਚਿੱਤ ਹੋ ਕੇ ਉਹਦੀ ਹਾਜ਼ਰੀ ਲੱਗਦੀ ਆ। ਬਾਕੀ ਮੈਂ ਅੰਤ ਵਿੱਚ ਇਹੀ ਕਹੂੰਗਾ ਆਪ ਜੀ ਨੂੰ, ਦੇਖੋ ਜੀ, ਜੇ ਤੁਸੀਂ ਚੜ੍ਹਦੀ ਕਲਾ ਵਿੱਚ ਹੋਣਾ ਚਾਹੁੰਦੇ ਹੋ, ਵੀ ਤੁਹਾਡਾ ਪਰਿਵਾਰ ਚੜ੍ਹਦੀ ਕਲਾ ਵਿੱਚ ਰਹੇ, ਤੁਹਾਡਾ ਸਰੀਰ ਅਰੋਗ ਰਹੇ, ਤੁਸੀਂ ਕੰਮ ਕਰੋ ਪਰ ਥੱਕੋ ਨਾ, ਉਹਦੇ ਲਈ ਤੁਹਾਨੂੰ ਮਨ 'ਤੇ ਕੰਮ ਕਰਨਾ ਪੈਣਾ। ਜਿਵੇਂ ਬੱਤੀ ਜਗਣ ਨਾਲ ਚਾਨਣ ਦਾ ਹੜ ਆ ਜਾਂਦਾ ਨਾ, ਉਵੇਂ ਹੀ ਤੁਹਾਡੇ ਅੰਦਰ ਜੋਸ਼ ਹੋਵੇ ਕੰਮ ਨੂੰ ਕਰਨ ਦਾ। ਪਹਿਲਾਂ ਚੰਗਾ ਸੋਚੋ ਅਤੇ ਚੰਗਾ ਹੀ ਹੋਵੇਗਾ। ਸਵੇਰੇ ਉੱਠਣ ਸਾਰ ਕਹੋ ਅੱਜ ਮੈਂ ਆਹ ਤਾਂ ਕੰਮ ਕਰ ਹੀ ਦੇਣੇ ਆ, ਇਹ ਕੰਮ ਤਾਂ ਹੋ ਹੀ ਜਾਣੇ ਆ, ਸੌਖਾ ਹੀ ਆ, ਉਹ ਕੰਮ ਹੋ ਜਾਣਗੇ। ਜੇ ਕਹਿ ਤਾਂ ਬੜੇ ਔਖੇ ਆ, ਫਿਰ ਬੜਾ ਔਖਾ ਲੱਗੇਗਾ। ਇਸ ਕਰਕੇ ਭਾਈ, ਅੱਜ ਤੋਂ ਬਾਅਦ ਜੇ ਤੁਹਾਨੂੰ ਕੋਈ ਪੁੱਛੇ ਕੀ ਹਾਲ ਹੈ, ਤਾਂ ਤੁਸੀਂ ਗੱਜ ਕੇ ਕਹਿਣਾ ਚੜ੍ਹਦੀ ਕਲਾ ਗੁਰਮੁਖ ਪਿਆਰਿਓ। ਅਤੇ ਜੇ ਅਸੀਂ ਆਪ ਚੜ੍ਹਦੀ ਕਲਾ ਵਿੱਚ ਨਹੀਂ ਹੋਵਾਂਗੇ, ਸਾਡਾ ਪਰਿਵਾਰ, ਸਮਾਜ ਕਿਵੇਂ ਚੜ੍ਹਦੀ ਕਲਾ ਵਿੱਚ ਹੋਵੇਗਾ? ਇੱਕ ਇੱਕ ਬੰਦੇ ਨੂੰ ਆਪਦੀ ਚੜ੍ਹਦੀ ਕਲਾ ਕਰਨੀ ਪਵੇਗੀ, ਫਿਰ ਪੰਜਾਬ ਦੀ, ਸਿੱਖਾਂ ਦੀ ਚੜ੍ਹਦੀ ਕਲਾ ਹੋਵੇਗੀ। ਗੁਰਮੁਖੋ, ਤਾਂ ਸਰਬੱਤ ਦਾ ਭਲਾ ਮੰਗਣਾ, ਇਹ ਵੀ ਇੱਕ ਚੜ੍ਹਦੀ ਕਲਾ ਦੀ ਨਿਸ਼ਾਨੀ ਆ। ਆਲਸ ਤਿਆਗਣਾ ਹੈ, ਹਿੰਮਤਾਂ ਜਾਗਣਗੀਆਂ, ਕੰਮ ਵੀ ਕਰਨੇ ਆ, ਆਪਾਂ ਹੀ ਕਰਨੇ ਆ। ਅਤੇ ਫਿਰ ਕਰਨੇ ਹੀ ਆ ਜਦੋਂ, ਫਿਰ ਦੇਰ ਕਿਉਂ ਕਰਨੀ? ਬਾਅਦ ਵਿੱਚ ਵੀ ਤਾਂ ਕਰਨਾ ਹੀ ਆ, ਫਿਰ ਅੱਜ ਹੀ ਕਰ ਲਈਏ।
ਤਾਂ ਮਨ ਜਿਹੜਾ ਇਹਨੂੰ ਮਾਰਨਾ ਪੈਂਦਾ। ਗੁਰੂ ਸਾਹਿਬ ਕਿਰਪਾ ਕਰਨ। ਅੱਜ ਦੇ ਦੀਵਾਨ ਵਿੱਚ ਇਤਨੀਆਂ ਹੀ ਬੇਨਤੀਆਂ। ਭੁੱਲ ਚੁੱਕ ਦੀ ਖਿਮਾ ਜੀ। ਗੁਰੂ ਸਾਹਿਬ ਅੱਗੇ ਕਰੀਏ ਸਰਬੱਤ ਦੇ ਭਲੇ ਦੀ ਅਰਦਾਸ। ਫਤਿਹ ਬੁਲਾਉਣੀ ਕਰੀਏ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।